ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਗੁਰੂ ਘਰ ਤੇ ਹਮਲਾ ਹੋਇਆ ਇਸੇ ਹੀ ਵੱਡੀ ਖਬਰ ਤੋਂ। ਕਾਬੁਲ ਦੇ ਗੁਰਦੁਆਰਾ ਸਾਹਿਬ ਤੇ ਅੱਤਵਾਦੀ ਹਮਲੇ ਦੀ ਖਬਰ ਹੈ। ਹਮਲੇ ਦੇ ਵਿੱਚ ਦੱਸੀ ਕਿ ਇੱਕ ਸ਼ਖਸ ਦੀ ਮੌਤ ਦੀ ਖਬਰ ਹੈ ਤੇ 10 ਤੋਂ 15 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਕਾਬੁਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅੱਤਵਾਦੀ ਹਮਲਾ ਹੋਇਆ। ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ ਹੈ ਜਿੱਥੇ ਦਹਿਸ਼ਤਗਰਦਾਂ ਦੇ ਵੱਲੋਂ ਹਮਲਾ ਕੀਤਾ ਗਿਆ। ਹਮਲੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਇੱਕ ਸ਼ਖਸ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। 10 ਤੋਂ 15 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। ਕਾਬੁਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦੱਸਦੀ ਕਿ ਅੱਤਵਾਦੀ ਹਮਲੇ ਦੀ ਖਬਰ ਹੈ ਔਰ ਚੜ੍ਹਦੀ ਸਵੇਰੇ ਹਮਲਾ ਹੋਇਆ ਹੈ 6 ਵਜੇ ਗੁਰਦੁਆਰਾ ਸਾਹਿਬ ਦੇ ਵਿੱਚ ਕਰੀਬ ਇਸ ਹਮਲੇ ਦੀ ਖਬਰ ਸਾਹਮਣੇ ਆਈ ਹੈ ਕਿ ਕੁਝ ਲੋਕ ਜਿਹੜੇ ਨੇ ਉਹ ਹਾਲਾਂਕਿ ਨਹੀਂ ਪਤਾ ਕਿ ਇਹਨਾਂ ਦੇ ਨਾਲ ਸੰਬੰਧਿਤ ਤੇ ਕਿਹੜੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਜਿਹੜਾ ਇਹ ਕਬਜ਼ਾ ਕੀਤਾ ਗਿਆ ਔਰ ਉੱਥੇ ਲਗਾਤਾਰ ਫਾਇਰਿੰਗ ਹੋ ਰਹੀ ਹੈ। ਲਗਾਤਾਰ ਉੱਥੇ ਧਮਾਕੇ ਜਿਹੜੇ ਨੇ ਹੋ ਰਹੇ ਨੇ ਔਰ ਮਾਹੌਲ ਦਹਿਸ਼ਤ ਦੇ ਵਿੱਚ ਨੇ ਲੋਕ ਕਿਉਂਕਿ ਖਰਾਬ ਮਾਹੌਲ ਹੈ। ਇਸ ਵੇਲੇ ਚਿੰਤਾਜਨਕ ਸਥਿਤੀਆਂ ਇਸ ਵੇਲੇ ਚਿੰਤਾਜਨਕ ਤਸਵੀਰਾਂ ਜਿਹੜੀਆਂ ਨੇ ਉੱਥੋਂ ਸਾਹਮਣੇ ਆ ਰਹੀਆਂ ਨੇ। ਸੋ ਕਾਬੁਲ ਅਫਗਾਨਿਸਤਾਨ ਦੇ ਕਾਬੁਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਤਵਾਦੀ ਹਮਲੇ ਦੀ ਖਬਰ ਹੈ। ਹਮਲੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਦੀ ਖਬਰ ਹੈ। ਸਭ ਤੋਂ ਮੰਦਭਾਗੀ ਗੱਲ ਇਹ ਕਹਿ ਸਕਦੇ ਹਾਂ। ਹਾਲਾਂਕਿ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਸਭ ਦੇ ਵੱਲੋਂ ਵੇਖਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਅਗਸਤ ਦੇ ਮਹੀਨੇ ਦੇ ਵਿੱਚ ਤਾਲਿਬਾਨ ਦੇ ਵੱਲੋਂ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਸਖਤਾਈ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਕਿ ਕਿਵੇਂ ਮਹਿਲਾਵਾਂ ਨੂੰ ਲੈ ਕੇ ਰੋਕ ਟੋਕ ਹੈ, ਮਹਿਲਾਵਾਂ ਨੂੰ ਲੈ ਕੇ ਨਵੇਂ ਨਿਯਮ ਕਾਨੂੰਨ ਬਣਾਏ ਜਾ ਰਹੇ ਨੇ। ਪਰ ਕਿਤੇ ਨਾ ਕਿਤੇ ਤਾਲਿਬਾਨ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਜਾ ਰਿਹਾ ਸੀ ਕਿ ਜਿਹੜੇ ਘੱਟ ਗਿਣਤੀ ਨੇ ਜਾਂ ਫਿਰ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਪੂਰੇ ਤੌਰ ਤੇ ਸੁਰੱਖਿਅਤ ਰਹਿਣਗੇ, ਉਹਨਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਏਗਾ। ਕਿਉਂਕਿ ਉਸ ਵੇਲੇ ਵੀ ਵੇਖਿਆ ਗਿਆ ਜਦੋਂ ਤਾਲਿਬਾਨ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਈ ਲੋਕਾਂ ਦੇ ਵੱਲੋਂ ਉਸ ਵੇਲੇ ਸ਼ਰਨ ਲਈ ਗਈ ਸੀ ਤਾਂ ਕਿਤੇ ਨਾ ਕਿਤੇ ਉਸ ਵੇਲੇ ਵੀ ਕੋਈ ਨੁਕਸਾਨ ਨਹੀਂ ਸੀ ਹੋਇਆ। ਪਰ ਹਾਂ 6 ਅਕਤੂਬਰ 2021 ਦੇ ਵਿੱਚ ਜ਼ਰੂਰ ਇਸੇ ਹੀ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਸੀ ਤਾਂ ਉਸ ਨੂੰ ਲੈ ਕੇ ਵੀ ਉਸ ਵੇਲੇ ਸਭ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਜਿਹੜੀ ਕੀਤੀ ਗਈ ਸੀ। ਵੇਖਿਆ ਗਿਆ ਸੀ ਕਿ ਕਿਵੇਂ CCTV ਜਿਹੜੇ ਨੇ ਉਸ ਗੁਰਦੁਆਰੇ ਸਾਹਿਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਖਾੜ ਦਿੱਤੇ ਗਏ ਸਨ। ਤਾਂ ਹੁਣ ਅੱਜ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਉੱਥੋਂ ਆ ਰਹੀਆਂ ਨੇ। ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਜਾਣਕਾਰੀ ਇਹ ਹੈ ਕਿ ਲੋਕ ਜਿਹੜੇ ਨੇ ਕੁਝ ਅਣਪਛਾਤੇ ਲੋਕ ਹਾਲਾਂਕਿ ਕੌਣ ਨੇ ਉਹ ਹਥਿਆਰਾਂ ਦੇ ਨਾਲ ਜਾਂ ਫਿਰ ਬੰਬਾਰੀ ਜਿਹੜੀ ਹੈ ਕਿਉਂ ਕੀਤੀ ਜਾ ਰਹੀ ਹੈ, ਕਿਉਂ ਅੰਦਰ ਕਬਜ਼ਾ ਕੀਤਾ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ। ਇਹ ਵੀ ਕਿਹਾ ਜਾ ਰਿਹਾ ਕਿ 10 ਤੋਂ 15 ਲੋਕ ਜਿਹੜੇ ਨੇ ਅੰਦਰ ਹੀ ਫਸੇ ਹੋਏ ਨੇ। ਹਾਲਾਂਕਿ ਉਹ ਕਿਵੇਂ ਉਹਨਾਂ ਦੀ ਸਿਹਤ ਹੈ ਤੇ ਉਹਨਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਚਿੰਤਾ ਜਿਹੜੀ ਹੈ ਲਗਾਤਾਰ ਬਣੀ ਹੋਈ ਹੈ। ਹਾਲਾਂਕਿ ਇੱਕ ਜਣੇ ਦੀ ਮੌਤ ਹੋ ਗਈ ਹੈ, ਇਹ ਵੀ ਜਾਣਕਾਰੀ ਹੈ। ਮਨਜਿੰਦਰ ਸਿਰਸਾ ਦਾ ਬਿਆਨ ਆਇਆ ਹੈ, ਇੱਕ ਵਾਰ ਬਿਆਨ ਸੁਣਦੇ ਹਾਂ। बहुत ही दुखदाई खबर मिली अफगानिस्तान के करते प्रवान गुरुद्वारा जो काबुल अंदर उस पर हमला करता दहशतगर्दां ने। बहुत सारे दहशतगर्द गुरुद्वारा साहब के अंदर वड़ गए ने। गुरु ग्रंथ साहिब महाराज जी का प्रकाश होया सी, कुछ यात्रु भी सी उस दे नाल अंदर 10 के आस पास लोग दसे जा रहे हैं। गुरु घर के अंदर बहुत बम ब्लास्ट किए गए हैं, गुरु घर नूं अग लगा दी गई है और इस वेले निरंतर उत्थे गोलियां चल रही ने। मेरी हुण भी उन्होंने प्रधान साहब नाल गल हुई, मैं निरंतर सवेर दा उन्हां दे संपर्क च हां। आपां सारे मिल के अरदास करिए कि जो शरीर गुरु घर के अंदर ने और गुरु घर का नुकसान ना होवे, सारियां जानां बच जाण। गुरु घर का हमला जो दहशतगर्दां ने किया उन्हां तो गुरु घर छुड़ाया जा सके। आपां सारे मिल के अरदास करिए। बड़े दुख की घड़ी है इस वेले अफगानिस्तान के सिखां दे उत्ते। दुनिया भर के सिखां नूं बेनती करदा मिल के अरदास करिए और उन्हां दी चढ़दी कला वास्ते उन्हां दी जान सुरक्षित रहे, इहदे वास्ते गुरु चरनां दे अंदर बेनती जोदरी। सो अरदास ਨੂੰ ਲੈ ਕੇ ਮਨਜਿੰਦਰ ਸਿਰਸਾ ਦਾ ਕਹਿਣਾ ਕਿ ਸਾਨੂੰ ਕਰਨੀ ਚਾਹੀਦੀ ਹੈ ਤਾਂ ਕਿ ਬਚਾਇਆ ਜਾ ਸਕੇ ਜਾਨਾਂ ਨੂੰ। ਮਨਜਿੰਦਰ ਸਿਰਸਾ ਖੁਦ ਫੋਨ ਲਾਈਨ ਤੇ ਨੇ ਸਾਡੇ ਨਾਲ। ਸਿਰਸਾ ਸਾਹਿਬ ਹੁਣ ਦੀ ਗੱਲ ਕੀਤੀ ਜਾਵੇ ਤਾਂ ਕੀ ਕੁਝ ਜਾਣਕਾਰੀ ਆ ਰਹੀ ਹੈ ਉੱਥੋਂ, ਕਿਤੇ ਕੋਈ ਰਾਹਤ ਦੀ ਖਬਰ ਹੈ? ਬਿਲਕੁਲ ਹੈਗੀ ਆ ਜੀ। 3 ਲੋਕ ਬਾਹਰ ਆਏ ਨੇ ਹੁਣੇ ਜੀ, ਜਿਹਦੇ ਅੰਦਰ ਇੱਕ ਮੁਸਲਮਾਨ ਜਿਹੜਾ ਚੌਕੀਦਾਰ ਸੀਗਾ ਉਹਨੂੰ ਤੇ ਗੋਲੀ ਲੱਗੀ, ਉਹ ਹਤਾਹਤ ਹੋ ਗਿਆ ਹੈ, ਉਹ ਤੇ ਮਾਰਿਆ ਗਿਆ ਇਸ ਗੋਲੀਬਾਰੀ ਅੰਦਰ। रघुवीर सिंह जिहड़ा है ये बाहर आए ने। 3 लोग ने जिन्हां चों रघुवीर सिंह जिहड़े ने इन्हां नूं हॉस्पिटलाइज कराया गया। इन्हां दे थोड़ी ज्यादा नुकसान गोलियां लगियां होईयां ने और एक जिहड़ा होर आ ठीक ने, उन्हां नूं हॉस्पिटल भेजा गया और एक जिहड़े ने वो बिल्कुल ठीक ने। बाहर 3 लोग बाहर निकलण च कामयाब होए ने हुण तक जी। सिरसा साहब उन्हां दे वल्लों जिहड़े बाहर आए ने कोई जानकारी आई है? अजी उन्हां नाल गलबात करन दी कोशिश कीती, मैं भी अजे भी गल कर रहे हो भी कर रहे ने, तुहानूं हुणे अपडेट होऊ ते देवांगे। अच्छा, कोशिश कर रहे हैं और ये पता लगा कि ये जेडे 2 सुसाइड बॉम्बर गए सीगे अंदर, ऐसा पता लगा कि 2 सुसाइड बॉम्बर भी ने। हुण उन्होंने जो ब्लास्ट किया वो बम अपने दे बन के ब्लास्ट किया है, ऐसी जानकारी आ रही लेकिन कन्फर्म नहीं हो पा रहा अज तक। कोई होर हेल्प या फिर होर किसी तरह की मदद उत्थे पहुंची है सिरसा साहब?
ਠੀਕ ਹੈ, ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਅਪਡੇਟ ਜਿਹੜੀ ਉਹਨਾਂ ਦਾ ਕਹਿਣਾ ਕਿ ਗੱਲਬਾਤ ਤੋਂ ਬਾਅਦ ਜ਼ਰੂਰ ਦਿੱਤੀ ਜਾਏਗੀ। ਲਗਾਤਾਰ ਅਸੀਂ ਸੰਪਰਕ ਦੇ ਵਿੱਚ ਆ, ਕਿਉਂਕਿ ਉਹਨਾਂ ਦੇ ਨਾਲ ਵੀ ਸੰਪਰਕ ਦੇ ਵਿੱਚ ਜਿਹੜੇ ਉੱਥੋਂ ਦੇ ਪ੍ਰਧਾਨ ਸਾਹਿਬ ਨੇ ਉਹ ਨੇ ਗੁਰਨਾਮ ਸਿੰਘ। ਹਾਲਾਂਕਿ ਅਸੀਂ ਵੀ ਗੱਲਬਾਤ ਕੀਤੀ ਸੀ ਉਹਨਾਂ ਦੇ ਨਾਲ ਫੋਨ ਲਾਈਨ ਤੇ, ਉਹਨਾਂ ਨੇ ਦੱਸਿਆ ਸੀ ਕਿ ਚੌਂਕੀਦਾਰ ਦੀ ਜਿਹੜੀ ਮੌਤ ਹੈ ਹੋਈ ਸੀ, ਉਸ ਵੇਲੇ ਨਿਊਜ਼ 18 ਪੰਜਾਬ ਦੇ ਵੱਲੋਂ ਸਭ ਤੋਂ ਪਹਿਲਾਂ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾਈ ਗਈ ਸੀ ਕਿ ਇੱਕ ਜਣੇ ਦੀ ਮੌਤ ਮੰਦਭਾਗੀ ਖਬਰ ਸਾਹਮਣੇ ਆਈ ਹੈ। ਔਰ ਹੁਣ ਵੀ ਮਨਜਿੰਦਰ ਸਿੰਘ ਸਰਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇੱਕ ਜਣੇ ਜਿਸ ਦੀ ਮੌਤ ਹੋਈ ਹੈ ਉਹ ਮੁਸਲਿਮ ਹੈ, ਸੋ ਚੌਂਕੀਦਾਰ ਹੈ ਜਿਸ ਦੀ ਮੌਤ ਹੋਈ ਹੈ। ਤਾਂ ਹੋਰ 3 ਜਣੇ ਜਿਹੜੇ ਨੇ ਹੁਣ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਨੇ। ਤਾਂ ਵੱਡੀ ਖਬਰ ਇਹ ਵੀ ਹੈ ਕਿ 2 ਜਿਹੜੇ ਨੇ ਉਹ ਆਤਮਘਾਤੀ ਯਾਨੀ ਕਿ ਖੁਦ ਬੰਬ ਬਣ ਕੇ ਜਿਹੜੇ ਨੇ ਉਹ 2 ਜਣੇ ਅੰਦਰ ਗਏ ਸੀ, ਸੁਸਾਈਡ ਬੰਬ ਬਣ ਕੇ ਗਏ ਸੀ। ਹਾਲਾਂਕਿ ਉਹਨਾਂ ਦੇ ਵੱਲੋਂ ਜਿਹੜੇ ਉੱਤੇ ਅੰਦਰ ਬਲਾਸਟ ਹੋਏ ਨੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਕਿ ਉਹਨਾਂ ਦੀ ਮੌਤ ਹੋਈ ਹੈ ਨਾਲ ਕਿ ਕਿਸ ਤਰ੍ਹਾਂ ਦੇ ਨਾਲ ਹੋਰ ਸਥਿਤੀ ਹੈ, ਇਹ ਲਗਾਤਾਰ ਅਪਡੇਟ ਲੈਣ ਦੀ ਉੱਥੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ 6 ਵਜੇ ਦੀ ਸਵੇਰੇ ਘਟਨਾ ਦੱਸੀ ਜਾ ਰਹੀ ਹੈ ਔਰ ਵੱਡੀ ਘਟਨਾ ਹੈ। ਲਗਾਤਾਰ ਚਿੰਤਾ ਦਾ ਵਿਸ਼ਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਣਿਆ ਹੋਇਆ ਕਿ ਜਿਸ ਤਰ੍ਹਾਂ ਦੇ ਨਾਲ ਉੱਥੇ ਹਮਲਾ ਹੋਇਆ, ਗੁਰਦੁਆਰਾ ਸਾਹਿਬ ਦੇ ਵਿੱਚ ਹਮਲਾ ਹੋਣ ਨੂੰ ਲੈ ਕੇ ਇਹ ਵੱਡੀ ਖਬਰ ਜਦੋਂ ਆਉਂਦੀ ਹੈ ਤਾਂ ਹਰ ਇੱਕ ਕੋਈ ਚਿੰਤਾ ਦੇ ਵਿੱਚ ਹੈ। 10 ਤੋਂ 15 ਲੋਕ ਕਿਹਾ ਜਾ ਰਿਹਾ ਜੇ ਫਸੇ ਹੋਏ ਨੇ। 3 ਲੋਕ ਅਜੇ ਬਾਹਰ ਆਏ ਨੇ। ਇੱਕ ਰਗਵੀਰ ਸਿੰਘ ਨਾਂ ਦੇ ਸ਼ਖਸ ਦੱਸੇ ਜਾ ਰਹੇ ਨੇ ਜੋ ਬਾਹਰ ਆਏ ਨੇ, ਜਿਨ੍ਹਾਂ ਨੂੰ ਕਾਫੀ ਗੋਲੀਆਂ ਲੱਗੀਆਂ ਨੇ ਕਿਉਂਕਿ ਫਾਇਰਿੰਗ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਅੱਤਵਾਦੀ ਹਮਲੇ ਦੀ ਖਬਰ ਹੈ। ਦਹਿਸ਼ਤਗਰਦ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਜੇ ਵੀ ਅੰਦਰ ਨੇ, ਜੋ ਜਾਣਕਾਰੀ ਆ ਰਹੀ ਹੈ। ਖਾਸ ਤੌਰ ਤੇ ਜ਼ਿਕਰ ਕੀਤਾ ਜਾਏ ਅਫਗਾਨਿਸਤਾਨ, ਸਭ ਨੂੰ ਯਾਦ ਹੈ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਤਾਲਿਬਾਨ ਦੇ ਵੱਲੋਂ ਇੱਕ ਕਬਜ਼ਾ ਕੀਤਾ ਗਿਆ ਸੀ ਔਰ ਉਸ ਵੇਲੇ ਕੀ ਹਾਲਾਤ ਬਣੇ ਸਨ। ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸੀ ਕਿਸ ਤਰ੍ਹਾਂ ਦੇ ਨਾਲ ਉੱਥੋਂ ਦੇ ਲੋਕਾਂ ਨੂੰ ਕੱਢ ਕੇ ਲਿਆਇਆ ਗਿਆ। ਭਾਰਤ ਦੇ ਵੱਲੋਂ ਲਗਾਤਾਰ ਮਦਦ ਕੀਤੀ ਗਈ। ਬਹੁਤ ਸਾਰੇ ਲੋਕ ਦੇਸ਼ ਦੇ ਵਿੱਚ ਆਏ ਸਨ, ਉਹਨਾਂ ਦੇ ਵੱਲੋਂ ਆ ਕੇ ਹਾਲਾਤ ਬਿਆਨ ਕੀਤੇ ਗਏ ਸੀ ਕਿ ਕਿਹੋ ਜਿਹੇ ਹਾਲਾਤ ਉੱਥੇ ਨੇ। ਮਹਿਲਾਵਾਂ, ਬੱਚੇ ਸਭ ਚਿੰਤਾ ਦੇ ਵਿੱਚ ਸੀਗੇ, ਦਹਿਸ਼ਤ ਦੇ ਵਿੱਚ ਸੀਗੇ। ਤਾਂ ਹੁਣ ਇਹ ਖਬਰ ਸਾਹਮਣੇ ਆਉਂਦੀ ਹੈ। ਹਾਲਾਂਕਿ ਇਹ ਅੱਤਵਾਦੀ ਹਮਲਾ, ਇਹ ਦਹਿਸ਼ਤਗਰਦਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ, ਇਹ ਕੌਣ ਨੇ ਅਜੇ ਤੱਕ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਕਹਿ ਸਕਦੇ ਆ ਕਿ ਕਿਸੇ ਦੇ ਵੱਲੋਂ ਨਹੀਂ ਲਈ ਗਈ ਹੈ। ਤਾਂ ਇਹ ਵੀ ਅਹਿਮ ਹੈ ਕਿ ਆਖਰਕਾਰ ਇਹ ਹਮਲਾ ਹੋਇਆ ਤਾਂ ਹੋਇਆ ਕਿਉਂ ਹੈ, ਕੌਣ ਇਸ ਦੇ ਪਿੱਛੇ ਲੋਕ ਨੇ, ਇਹ ਬਹੁਤ ਵੱਡੇ ਸਵਾਲ ਨੇ। ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਨੇ, ਐਸਜੀਪੀਸੀ ਮੈਂਬਰ ਨੇ। ਗਰੇਵਾਲ ਸਾਹਿਬ, ਇੱਕ ਖਬਰ ਸਾਹਮਣੇ ਆਈ ਹੈ, ਚਿੰਤਾਜਨਕ ਹੈ। ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਅਪਡੇਟ ਅਸੀਂ ਵੀ ਦਰਸ਼ਕਾਂ ਤੱਕ ਪਹੁੰਚਾਈਏ, ਪਰ ਹੁਣ ਤੱਕ ਜੋ ਖਬਰ ਹੈ ਇੱਕ ਮੌਤ ਵੀ ਹੋਈ ਹੈ। ਸਭ ਤੋਂ ਪਹਿਲਾਂ ਤੁਸੀਂ ਕੀ ਕਹੋਗੇ? ਦੇਖੋ ਗੁਰਜੋਤ ਜੀ, ਤੁਹਾਡੇ ਹੀ ਮਾਧਿਅਮ ਰਾਹੀਂ ਸਾਨੂੰ ਇਹ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਮੁਹੱਈਆ ਹੋਈ ਆ। ਬੜਾ ਦੁੱਖ ਹੈ ਸਵੇਰ ਦੇ, ਇਸ ਗੱਲ ਲਈ ਬੜੀ ਚਿੰਤਾ ਦਾ ਵਿਸ਼ਾ ਹੈ, ਅਫਸੋਸ ਆ ਕਿ ਗੁਰਦੁਆਰਾ ਸਾਹਿਬ ਜਿਹੜਾ ਕਿ ਸਮੁੱਚੇ ਧਰਮ ਦੇ ਲੋਕਾਂ ਲਈ ਇੱਕ ਜਿਵੇਂ ਕਹਿੰਦੇ ਹੁੰਦੇ ਆ ਸਾਂਝਾ ਸਥਾਨ ਹੈ ਜੀ, ਤੇ ਉਸ ਤੇ ਹਮਲਾ ਹੋਇਆ। ਤੇ ਇਹ ਵੀ ਪਤਾ ਲੱਗਾ ਕਿ ਕੁਝ ਗ੍ਰਨੇਡ ਚੱਲੇ ਨੇ, ਉੱਥੇ ਅੱਗ ਵੀ ਲੱਗੀ ਆ। ਤੇ ਤੁਹਾਡੇ ਹੀ ਮਾਧਿਅਮ ਰਾਹੀਂ ਜਦੋਂ ਤੁਸੀਂ ਗੁਰਦੁਆਰੇ ਦੇ ਪ੍ਰਧਾਨ ਗੁਰਨਾਮ ਸਿੰਘ ਜੀ ਨਾਲ ਗੱਲ ਕਰ ਰਹੇ ਸੀ, ਉਹਨਾਂ ਦੇ ਹਾਲਾਤ ਜਿਹੜੀ ਸੀ ਉਹ ਉਸ ਤੋਂ ਸਮਝ ਰਹੇ ਸੀਗੇ ਕਿ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ। ਸੋ ਇਸ ਗੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਕੇਂਦਰ ਦੀ ਸਾਡਾ ਵਿਦੇਸ਼ ਮੰਤਰਾਲਾ ਹੈ, ਉਹਨਾਂ ਨੂੰ ਮੈਸੇਜ ਰਾਹੀਂ ਇਸ ਸੰਬੰਧੀ ਚਿੰਤਾ ਵੀ ਪ੍ਰਗਟਾਈ ਆ ਤੇ ਇਸ ਤੇ ਤੁਰੰਤ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਹੈ। ਸੋ ਬਹੁਤ ਮਾੜੀ ਗੱਲ ਹੈ। ਅਸੀਂ ਇਹ ਦੇਖ ਰਹੇ ਹਾਂ ਕਿ ਭਾਵੇਂ ਪਿਛਲੇ ਦਿਨਾਂ ਦਾ ਜਦੋਂ ਦਾ ਤਾਲਿਬਾਨ ਨੇ ਜਿਹੜਾ ਅਫਗਾਨਿਸਤਾਨ ਸਾਂਭਿਆ, ਉੱਥੋਂ ਦੇ ਹਾਲਾਤ ਜਿਹੜੇ ਨੇ ਉਹ ਕਾਫੀ ਮਾੜੇ ਨੇ, ਪਰ ਸਾਨੂੰ ਭਾਵੇਂ ਕਿ ਉਹਨਾਂ ਦੇ ਹਾਲਾਤਾਂ ਦੀ ਚਿੰਤਾ ਵੀ ਆ, ਪਰ ਸਿੱਖਾਂ ਦੀ ਜਿਹੜੀ ਜੋ ਹਾਲਾਤ ਨੇ ਪਿਛਲੇ ਦਿਨਾਂ 'ਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿ ਸਿੱਖ ਉੱਥੋਂ ਵਾਪਸ ਆ ਗਏ ਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਆਏ ਆ। ਹਿੰਦੁਸਤਾਨ ਦੀ ਸਰਕਾਰ ਨੇ ਇਸ ਵਿੱਚ ਯੋਗਦਾਨ ਪਾਇਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਰ ਹੁਣ ਜਿੰਨੇ ਬਚੇ ਸਿੱਖ ਨੇ ਤੇ ਜਿਹੜਾ ਇਤਿਹਾਸਕ ਗੁਰਦੁਆਰਾ ਉਸ ਨੂੰ ਬਚਾਇਆ ਜਾਣਾ ਬਹੁਤ ਜ਼ਰੂਰੀ ਆ। ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਿੱਖ ਆਵਾਮ ਆ ਸਾਡਾ, ਉਹ ਇਸ ਗੱਲ ਲਈ ਬੜਾ ਚਿੰਤਤ ਆ ਤੇ ਅਸੀਂ ਚਾਹਾਂਗੇ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਇਸ ਗੱਲ ਦੀ ਇਨੀਸ਼ੀਏਟਿਵ ਲਵੇ ਤੇ ਇਸ ਸਮੇਂ ਸਿੱਖਾਂ ਦੇ ਜਿਹੜਾ ਜਿਵੇਂ ਕਹਿੰਦੇ ਨਾ ਦੁੱਖ ਹੈ, ਉਸ ਦੁੱਖ ਨੂੰ ਜਿਹੜਾ ਸੁਰਖਰੂ ਕਰਨ ਵਾਸਤੇ ਉੱਥੋਂ ਦਾ ਸਾਡਾ ਜਿਹੜਾ ਮੰਤਰਾਲਾ ਵਾ ਉਹ ਇਹਦੇ ਵਿੱਚ ਕਾਰਵਾਈ ਕਰੇ। ਤੋਂ ਕਾਫੀ ਚਿੰਤਾ ਵਾ ਸਾਨੂੰ ਇਸ ਗੱਲ ਦੀ। ਇਹ ਜਿਹੜਾ ਇੱਕ ਚੌਂਕੀਦਾਰ ਦੀ ਉੱਥੇ ਮੌਤ ਵੀ ਹੋਈ ਆ ਤੇ ਇਹ ਵੀ ਪਤਾ ਲੱਗਾ ਕਿ ਹਾਲੇ ਪੂਰੀ ਰਿਪੋਰਟ ਨਹੀਂ ਆਈ। ਤੋ ਮਹਾਰਾਜ ਕਿਰਪਾ ਰੱਖੇ ਕਿ ਸਭ ਸੁੱਖੀ ਸੰਦੀ ਠੀਕ ਠਾਕ ਹੋਣ। ਤੇ ਇਸ ਮੌਕੇ ਤੇ ਤੁਹਾਡੇ ਚੈਨਲ ਦਾ ਵੀ ਧੰਨਵਾਦ ਹੈ, ਜਿਨ੍ਹਾਂ ਦੇ ਰਾਹੀਂ ਅਸੀਂ ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਕਰ ਰਹੇ ਹਾਂ। ਜੀ ਠੀਕ ਹੈ। ਗੋਰੇਵਾਲ ਸਾਹਿਬ, ਕੋਈ ਚਿੱਠੀ ਲਿਖਣ ਦੀ ਤਿਆਰੀ ਹੈਗੀ ਐਸਜੀਪੀਸੀ ਦੀ ਤਾਂ ਕਿ ਫੌਰੀ ਤੌਰ ਤੇ ਜਿਹੜੀ ਕਾਰਵਾਈ ਕੁਝ ਮੈਸੇਜ ਕਰਤਾ ਜੀ, ਤੇ ਉਸ ਤੋਂ ਬਾਅਦ ਚਿੱਠੀ ਦਫ਼ਤਰ ਸਾਡਾ ਖੁੱਲ ਗਿਆ ਵਾ। ਪ੍ਰਧਾਨ ਸਾਹਿਬ ਦਾ ਹੁਕਮ ਆ ਗਿਆ ਕਿ ਜਿਹੜਾ ਵੀ ਪੱਤਰਾਚਾਰ ਜਿਸ ਤਰ੍ਹਾਂ ਜਿੱਥੇ ਸਾਨੂੰ ਕਰਨਾ ਅਸੀਂ ਉਹ ਕਰ ਰਹੇ ਹਾਂ। ਜਲਦੀ ਇਸ ਬਾਰੇ ਤੁਹਾਨੂੰ ਵੀ ਜਾਣਕਾਰੀ ਦੇ ਦੇਵਾਂਗੇ ਜਿਹੜਾ ਕਿ ਪੱਤਰ ਦਾ ਭੇਜਿਆ ਜਾਊਗਾ।
ਜੀ ਠੀਕ ਹੈ ਧੰਨਵਾਦ ਹੈ ਜੁੜਨ ਦੇ ਲਈ ਸ਼ੁਕਰੀਆ। ਸੋ ਸਿੱਧੇ ਤੌਰ ਤੇ ਇਸ ਵੇਲੇ ਦੀ ਵੱਡੀ ਖਬਰ ਹੈ, ਸਭ ਦੇ ਲਈ ਚਿੰਤਾ ਦਾ ਵਿਸ਼ਾ ਹੈ, ਮੰਦਭਾਗੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਇੱਕ ਜਣੇ ਦੀ ਮੌਤ ਵੀ ਹੋ ਗਈ ਹੈ ਉੱਥੇ, ਕਿਉਂਕਿ ਜਾਨੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਜਿਸ ਤਰ੍ਹਾਂ ਦੇ ਨਾਲ ਉੱਥੇ ਅੱਤਵਾਦੀ ਹਮਲਾ ਹੋਇਆ, ਹਮਲੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਫਾਇਰਿੰਗ ਜਿਹੜੀ ਹੈ ਉਸ ਦੀ ਵੀ ਖਬਰ ਹੈ ਕਿ ਗੋਲੀਆਂ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਨਜਿੰਦਰ ਸਿਰਸਾ ਹੋਰਾਂ ਦੇ ਵੱਲੋਂ ਸਾਡੇ ਤੱਕ ਪਹੁੰਚਾਈ ਗਈ ਹੈ ਕਿ ਦੋ ਜਿਹੜੇ ਲੋਕ ਨੇ ਉੱਥੇ ਸੁਸਾਈਡ ਬੰਬ ਬਣ ਕੇ ਗਏ ਸੀ, ਯਾਨੀ ਕਿ ਬੰਬ ਬਣ ਕੇ ਜਿਹੜਾ ਆਪਣੇ ਨਾਲ ਗਏ ਸੀ। ਤਾਂ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਜਿਹੜਾ ਧਮਾਕੇ ਦੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਜਾਂ ਫਿਰ ਜੋ ਤਸਵੀਰਾਂ ਜ਼ਾਹਿਰ ਕਰ ਰਹੀਆਂ ਨੇ, ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ। ਲਗਾਤਾਰ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਜਿਹੜੇ ਅੱਗ ਦੇ ਭਾਂਬੜ ਨੇ ਉਹ ਮਚ ਰਹੇ ਨੇ। ਤਾਂ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਧਮਾਕਾ ਕੀਤਾ ਗਿਆ ਤਾਂ ਸੁਸਾਈਡ ਬੰਬ ਬਣ ਕੇ ਗਏ ਹੋਏ ਉਹਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ। ਸ਼ੈਲੇਂਦਰ ਵਾਂਗੂ फोन लाइन पे जुड़ गए ने साडे नाल, लगातार वो भी साडे तक जानकारी पहुंचा रहे ने। शैलेंद्र, अभी की आपके पास क्या कुछ जानकारी? देखिए, जो अटैक वहां सुबह शुरू हुआ था और लगातार अभी भी जारी है। जो ताजा अपडेट आ रही है उसके मुताबिक वहां पर उस इलाके में एम्बुलेंसेज और फायर ब्रिगेड देखी गई है। माना जा रहा है कि कुछ इसमें जख्मी लोग हो सकते हैं, लेकिन अभी क्लैरिटी नहीं है क्योंकि उस एरिया में अभी भी जो फायरिंग है वो लगातार जारी है। जी, इसके अलावा कोई मदद पहुंची है वहां पर? आपके पास क्या जानकारी शैलेंद्र? क्योंकि अगर यहां तक खबर पहुंच चुकी है, अगर सभी और जनतक है ये हालात, ये तस्वीरें, तो कहीं ना कहीं तो अभी फौरी तौर पर कोई कार्रवाई अगर जमीनी स्तर पर बात की जाए तो वहां पर होगी। शैलेंद्र ठीक है, उन्होंने जुड़ते हैं और संपर्क साधन की कोशिश करेंगे क्योंकि ये बहुत ही जानना बेहद जरूरी है कि आखिरकार हुण तक किहड़ी मदद उत्थे पहुंची है। हालांकि जख्मी जिहड़े ने हस्पताल पहुंचाए गए ने, ये जानकारी साडे पत्रकार वालों भी दी गई है। इस तो इलावा मनजिंदर सिरसा होरां ने भी दी है कि 3 जिहड़े बाहर आए सीगे, ये भी एक राहत भरी खबर है। हालांकि किवें बाहर आए ने, कि अपने तौर पर चोरी छुपे बाहर आए ने, कोशिश किवें कीती उन्होंने बाहर आने की, यह भी बहुत अहम है। खास तौर पर 2 लोग जिहड़े ने ठीक दसे जा रहे हैं, पर एक रघुबीर सिंह नां दे शख्स ने जिहड़े उन्हां नूं गोलियां लगियां ने, काफी गोलियां लगियां ने, उन्हां नूं फौरी तौर पर हस्पताल पहुंचा दिता गया एंबूलेंस के जरिए। यह भी बहुत अहम है, खास तौर पर भी राहत भरी खबर किते ना किते इस सब दे विचाले कह सकते हैं। पर किते ना किते ये सवाल वड्डे ने कि जिहड़े लोग अंदर फसे हुए ने, गुरुद्वारा साहिब दे अंदर जिहड़े लोग ने वो किस तरह दे ने, हाले फिलहाल उन्हां दी स्थिति की है, कि वो सुरक्षित ने, कि जिस तरह दी खबरां ने मानव बम बन के जेकर अंदर 2 शख्स गए ने कि उन्होंने वालों किस तरह की मंशा होएगी। खास तौर पर यह भी सब तो ज्यादा जिक्र करन योग है कि अंदर गुरु ग्रंथ साहिब जी के स्वरूप भी ने, क्योंकि गुरुद्वारा साहिब है सवेरे का समा हुंदा तां उत्थे प्रकाश हुंदे ने महाराज दे। पर हुण हाल ही दे विच स्थिति किस तरह की है? जेकर पावन स्वरूपां की गल करदे हां, एक स्वरूप हुंदे ने जिन्हां दा प्रकाश कीता जांदा दरबार साहिब दे विच, तां बाकी स्वरूप सचखंड साहिब दे विच भी मौजूद हुंदे ने। सो खास तौर पर हुण बहुत अहम यह भी है कि आखिरकार इस वेले गुरुद्वारा साहिब दे अंदर की स्थिति की होएगी, क्योंकि सीधे तौर पर जिथे लोगों की जानी नुकसान ना होवे इस नूं लैके कोशिश है, तो उत्थे दूसरे पासे भी कोशिश है कि जिहड़े पावन स्वरूप ने उन्हां दी स्थिति की होएगी। साडे नाल साबका SGPC प्रधान गोबिंद सिंह लोंगोवाल जी फोन लाइन ते ने गलबात दे लई। लोंगोवाल साहब, तुसी की कहना चाहोगे? जो ये हमले की खबर लगातार तस्वीरां दे नाल सामने आ रही है, जानकारियां लगातार आ रही ने, और मंदभागी भी है कि एक जने की मौत भी हुई है उत्थे। तो बहुत ही दुख की गल है जो अफगानिस्तान दे विच गुरुद्वारा करते प्रवान विखे जिहड़ी एक हमला किया गया और ये उनको पता नहीं, लेकिन ये कोई ना कोई तालिबान सपोर्टेड ही ऐसा माना जा रहा है। सर, ये कौन सा आउटपुट आप लोग सोच रहे हैं? तालिबान देखिए, अभी उनको नहीं ये जानकारी मिल पाई उनकी मंशा क्या है, वो क्यों आए हैं, लेकिन एक बात क्लियर है कि वो कोई शरण लेने तो आए नहीं है। ऐसा भी नहीं कि पुलिस से भागते भागते गुरुद्वारे में घुसे हों। इसलिए ये लोग जो हैं गुरुद्वारा साहब का नुकसान करने आए हैं। सो इट मीन्स दे आर हार्डलाइनर्स और एंटी जो माइनॉरिटीज हैं वो हैं। जो वहाँ पे कट्टरवाद है वो इस्लाम का, कि इस्लाम की बात करो, तो उस मंशा से आए हैं कि कोई और किसी धर्म की बात कहाँ कर रहा है और क्यों कर रहा है। इसी मंशा से उन्होंने आके गुरुद्वारा पे हमला किया, ऐसा माना जा रहा है। और यह भी कि अभी तक जो लोग अंदर हैं उनमें से 3 लोग जो बाहर निकले हैं, क्योंकि 2 तो हॉस्पिटलाइज्ड ही है, गोली एक तो सीरियस भी है। तो अभी जो बाहर आए उनसे मेरी तो बात अभी तक हुई नहीं है। वो हम रघुबीर सिंह उनका नाम है, मैं अभी भी उनसे संपर्क करने की कोशिश में हूं। उनसे असली बात तब पता चल पाएगी, लेकिन पुलिस और फायर ब्रिगेड वहां पर पहुंच चुकी है।
ठीक है, जानकारी दी है मनजिंदर सिसोरा ने कि फिलहाल पुलिस पहुंची है उत्थे। राहत भरी खबर है। गोबिंद सिंह लोंगोवाल फोन लाइन ते सीगे, इस तो पहला साडे नाल लोंगोवाल साहब गलबात जिहड़ी है तुसीं पूरी कर सकते हो जी। ठीक है जी, देखो जो सरसा साहब दस रहे सन कि इन्हों की जानकारी इन्हों प्राप्त हुई है, मैं समझदा कि इस तरह दी घटनावां जिहड़ियां अफगानिस्तान च वापर रही ने, पहला भी 2 बारी हुई ने, गुरुद्वारा साहब के हमले हुए ने, उत्थे काफ़ी सिख मारे भी गए ने। तो ये मैं समझदा बहुत दुखदाई है ਜਿਹੜੇ ऐसे माड़े अनसर ने जो इस तरह ਦੀਆਂ ਗੱਲਾਂ ਕਰਦੇ ਨੇ कि ਉਹ ਧਰਮ ਤਾਂ ਕੋਈ ਵੀ ਨਹੀਂ ਸਿਖਾਉਂਦਾ ਕਿ ਕਿਸੇ ਧਰਮ ਤੇ ਹਮਲਾ ਕਰੋ, ਕਿਸੇ ਧਰਮ ਦੀ ਨਿਰਾਦਰੀ ਕਰੋ। ਹਰ ਧਰਮ ਜਿਹੜਾ ਪਿਆਰ ਸਿਖਾਉਂਦਾ ਹੈ। ਸੋ ਇਸ ਤਰ੍ਹਾਂ ਦੇ ਮਾੜੇ ਅਨਸਰ ਹੁੰਦੇ ਨੇ ਜੋ ਰਾਜਤਾ ਪੈਦਾ ਕਰਨਾ ਚਾਹੁੰਦੇ ਨੇ, ਸੋ ਉਹਨਾਂ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਖਤੀ ਕਰਨੀ ਚਾਹੀਦੀ ਹੈ। ਸੋ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਨੂੰ ਉਠਾ ਕੇ ਉਸ ਸਰਕਾਰ ਤੇ ਦਬਾਅ ਬਣਾਉਣ ਕਿ ਜੇ ਸਿੱਖਾਂ ਦੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਨੇ, ਸਿੱਖਾਂ ਦੇ ਹਮਲੇ ਹੋ ਰਹੇ ਨੇ, ਜਿਵੇਂ ਕਿਵੇਂ ਜਿਹੜੇ ਸਿੱਖ ਸਾਡੇ ਉੱਥੇ ਬੜੇ ਡਰ ਦੇ ਭੈ ਦੇ ਮਾਹੌਲ ਦੇ ਵਿੱਚ ਰਹਿ ਰਹੇ ਨੇ, ਸੋ ਉਹਨਾਂ ਦੀ ਜ਼ਰੂਰ ਉਹਨਾਂ ਦੀ ਸੁਰੱਖਿਆ ਵੀ ਕੀਤੀ ਜਾਵੇ, ਗੁਰੂ ਘਰਾਂ ਦੀ ਸੁਰੱਖਿਆ ਵੀ ਕੀਤੀ ਜਾਵੇ। ਸੋ ਇਹ ਬਹੁਤ ਹੀ ਜ਼ਰੂਰੀ ਹੈ ਤੇ ਇਹ ਭਾਰਤ ਸਰਕਾਰ ਨੂੰ ਵੀ ਇਹਦੇ ਉੱਤੇ ਜ਼ਰੂਰੀ ਇਨੀਸ਼ੀਏਟਿਵ ਲੈਣਾ ਚਾਹੀਦਾ ਜੀ। ठीक है गोबिंद सिंह जी, धन्यवाद है गलबात के लिए, शुक्रिया। सो सीधे तौर पर हर कोई इस घटना की, हर कोई इस हमले की निंदा कर रहा है और किते ना किते बड़े सवाल ये भी चुके जा रहे हैं कि आखिरकार क्यों अजिहा क्यों किया गया। पर जेकर हाल ही के बयान की गल करिए, जो मनजिंदर सिरसा गलबात करते हुए दस रहे सन कि उन्होंने लगता है कि शायद जिस तरह के नाल इस्लामिक धर्म को लैके प्रायोरिटी उत्ते दी जाती है, तो यह भी उन्होंने गवारा नहीं होंदा कि कोई होर धर्म क्यों मन रहा है या फिर कोई होर धर्म दे विच रह के क्यों पूजा पाठ किया जा रहा है, ये गवारा नहीं होंदा। तो इस दे चलते कह सकते हैं कि यह हमला होया हो सकता है। अजे फिलहाल उन्होंने वालों एक खदशा इजहार किया गया, पर सीधे तौर पर जेकर इस तरह के नाल गोलियां लैके, इस तरह के नाल बंब लैके गुरुद्वारा साहिब दे विच अंदर तड़के दाखिल होया जाता है, क्योंकि सवेरे 6 बजे की घटना दसी जा रही है। उस तो पहला प्रकाश हुंदे ने महाराज दे सवेर दा जिहड़ा सारा समागम हुंदा है, तो उस मौके जाना अंदर और गोलियां लैके जाना, इस तरह का हमला करना, तो किते ना किते मंशा जिहड़ी है वो ठीक नजर नहीं आ रही। और जेकर गल की जाए मनजिंदर सिरसा के बयान की, तो फिर तो जिक्र करांगे। उन्होंने कहा कि आखिरकार ये जो सवेरे अजिहा उन्होंने वालों अंदर एंट्री की गई ना लोगों के वालों, तक वो शरण लैन तो नहीं गए सी, ना उत्थे बैठन गए सी, ना उत्थे मत्था टेकन गए सी, तो गोलियां लैके अंदर जाना तो किते ना किते सीधे तौर पर एक गलत कार्रवाई जिहड़ा अंदेशा दिंदा और हमला ही किया गया। जिवें लगातार असीं तस्वीरां भी विखा रहे हैं, ये बंबबारी जिहड़ी है की गई, लगातार गोली दी आवाज़ां भी उदों भी आ रही सन जदों असीं गलबात की गुरनाम सिंह गुरा दे नाल, जो गुरुद्वारा साहिब के प्रधान ने, वह भी बहुत दहशत दे विच सीगे। असी गलबात दे राही अंदाजा लगा सकते हैं, या जिहड़े दर्शकों के वालों ये गलबात जिहड़ी सुनी गई है, उन्होंने भी अंदाजा है कि कितनी दहशत दे विच सीगे। गलबात भी उन्होंने तो नहीं सी हो रही, 2 लफ्ज़ां की उन्होंने गलबात साडे नाल जरूर की, इन्ना जरूर दस्सिया कि चौकीदार मारिया जा चुका है और इस वेले गोलियां अंदरों चल रही ने, आवाज़ां असीं भी सुन रहे सी लगातार। तो किते ना किते हुण बहुत ही बड़ा मसला बनता जा रहा है। काबुल गुरु घर ते फदाइन हमले का शक जाहिर किया जा रहा है। इस वेले दी बड़ी खबर आ रही है, हमले नूं लैके 2 अतवादी हमलावरां ने हमला किया है। इस वेले दे सूत्रां दे मुताबिक जानकारी आ रही, गुरुद्वारा साहिब दे विच धमाकियां दी भी आवाज़ जिहड़ी सुनी गई है। अतवादी हमले दे विच एक शख्स की मौत हुई है। फदाइन हमले का खदशा जाहिर किया जा रहा है, फदाइन हमला किया गया है, खदशा जाहिर किया जा रहा है। इस वेले दी बड़ी खबर काबुल के गुरुद्वारा साहिब दे होए हमले नूं लैके बड़ी खबर है। काबुल गुरु घर ते जो हमला होया, फदाइन हमले का शक जाहिर किया जा रहा है। 2 आतंकघाती हमलावरां दे वल्लों जिहड़ा है इत्थे हमला किया गया है। सूत्रां दे मुताबिक जानकारी ये भी सामने आ रही है, गुरुद्वारा साहिब दे विच धमाकियां दी आवाज़ जिहड़ी है लगातार सुनी गई। खास तौर पर जो असी भी गलबात फोन लाइन से की प्रधान होरां दे नाल, उस वेले भी असी भी फायरिंग दी आवाज़ां पिछे जड़ियां सुन सकते सी कि किस तरह दे नाल उत्थे लगातार फायरिंग हो रही है। अतवादी हमले दे विच दसदी कि हुण तक एक शख्स की मौत हुई है और मुस्लिम वो शख्स दस्सिया जा रहा है जो कि चौकीदार है, उसकी मौत हुई है। सो 10 तो 15 लोगों के अजे भी गुरु घर दे विच फसे होण दा जिहड़ा खदशा जाहिर किया जा रहा है। कह लीए कि खबर है 10 लोग तो आम तौर पर कहा जा रहा है कि होणगे, इस तो ज्यादा भी हो सकते हैं। सुभाविक तौर पर ग्रंथी सिंह होंगे जिन्हों के वालों प्रकाश किया जाना होएगा। इस तो इलावा संगत जी है उस सवेरे तड़कसार पहुंचती है, मत्था टेकन वो होएंगे। सो किते ना किते 10 तो 15 लोग होने जानकारी जी मिल पा रही है, खबर जी सामने आ रही है। सो सीधे तौर पर
ਕਿਤੇ ਨਾ ਕਿਤੇ ਵੱਡੇ ਸਵਾਲ ਨੇ ਕਿ ਹਾਲ ਹੀ ਦੇ ਵਿੱਚ ਜੇਕਰ ਇਹ ਫਦਾਇਨ ਹਮਲਾ ਹੈ, ਕਿਉਂਕਿ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਫਦਾਇਨ ਹਮਲਾ ਹੈ, ਤਾਂ ਹੁਣ ਅੱਗੇ ਦੇ ਹਾਲਾਤ ਕੀ। ਲਗਾਤਾਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਲਗਾਤਾਰ ਨਿਊਜ਼ 18 ਪੰਜਾਬ ਕੋਸ਼ਿਸ਼ ਕਰ ਰਿਹਾ ਕਿ ਵੱਧ ਤੋਂ ਵੱਧ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ, ਕਿਉਂਕਿ ਸਭ ਤੋਂ ਪਹਿਲਾਂ ਇਹ ਜਾਣਕਾਰੀ ਜਿਹੜੀ ਹੈ ਉਸ ਦਰਸ਼ਕਾਂ ਤੱਕ ਪਹੁੰਚਾਈ ਕਿ ਇਸ ਤਰ੍ਹਾਂ ਦੇ ਨਾਲ ਹਮਲੇ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ, ਇਸ ਤਰ੍ਹਾਂ ਦੇ ਨਾਲ ਇਹ ਹਮਲਾ ਹੋਇਆ। ਖਾਸ ਤੌਰ ਤੇ ਤਸਵੀਰਾਂ ਦੀ ਗੱਲ ਕੀਤੀ ਜਾਵੇ, ਵਾਕਈ ਦਹਿਸ਼ਤ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਧਮਾਕਿਆਂ ਦੀ ਜਿਹੜੇ ਹਾਲਾਤ ਨੇ ਇੱਥੇ ਨਜ਼ਰ ਆ ਰਹੇ ਨੇ, ਅੱਗ ਦੇ ਭਾਂਬੜ ਪੂਰੀ ਤਰ੍ਹਾਂ ਦੇ ਨਾਲ ਮਚੇ ਨੇ। ਗੁਰਦੁਆਰਾ ਜਿਹੜਾ ਹੈ ਉੱਥੇ ਇਹ ਹਮਲਾ ਹੋਇਆ, ਔਰ ਨਾ ਸਿਰਫ ਹਮਲਾ ਕੀਤਾ ਗਿਆ ਬਲਕਿ ਅਜੇ ਵੀ ਇਹ ਲੋਕ ਅੰਦਰ ਹੀ ਨੇ। ਇਹ ਵੀ ਜਾਣਕਾਰੀ ਹੈ, ਇਹਨਾਂ ਨਹੀਂ ਹੈ ਸਿਰਫ ਕਿ ਉਹ ਆਏ ਔਰ ਫਾਇਰਿੰਗ ਕਰਕੇ ਬੰਬਾਰੀ ਕਰਕੇ ਚਲੇ ਗਏ, ਬਲਕਿ ਉਹਨਾਂ ਦੇ ਵੱਲੋਂ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕੀਤਾ ਗਿਆ। ਦਹਿਸ਼ਤਗਰਦਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਕਬਜ਼ਾ ਕੀਤਾ ਗਿਆ, ਔਰ ਨਾ ਸਿਰਫ ਕਬਜ਼ਾ ਕੀਤਾ ਗਿਆ ਬਲਕਿ ਜਿਹੜੇ ਲੋਕ ਉੱਥੇ ਅੰਦਰ ਮੌਜੂਦ ਸੀਗੇ ਉਹਨਾਂ ਦੇ ਵਿੱਚੋਂ 2 ਜਣੇ ਜ਼ਖਮੀ ਵੀ ਹੋਏ ਨੇ, ਗੰਭੀਰ ਜ਼ਖਮੀ ਹੋਏ ਨੇ। ਇੱਕ ਜੋ ਚੌਂਕੀਦਾਰ ਸੀ ਬਾਹਰ, ਉਸ ਦੀ ਮੌਤ ਹੋ ਗਈ ਹੈ। 2 ਜਣੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਹ ਸੀਰੀਅਸ ਹੈ, ਉਹਨਾਂ ਦੇ ਗੋਲੀਆਂ ਲੱਗੀਆਂ ਨੇ। ਔਰ ਖਾਸ ਤੌਰ ਤੇ 3 ਜਣੇ ਜਿਹੜੇ ਨੇ ਉਹ ਜਿਹੜੇ ਅੰਦਰ ਗੁਰਦੁਆਰਾ ਸਾਹਿਬ 'ਚ ਲੋਕ ਫਸੇ ਸੀਗੇ, ਉਹਨਾਂ ਚੋਂ 3 ਜਣੇ ਬਾਹਰ ਵੀ ਆਏ। ਉਹਨਾਂ ਬਾਹਰ ਜਿਹੜੇ ਆਏ ਨੇ ਲੋਕ, ਉਹਨਾਂ ਦੇ ਵਿੱਚੋਂ 2 ਜਣੇ ਜ਼ਖਮੀ ਨੇ, ਇੱਕ ਦੀ ਹਾਲਤ ਗੰਭੀਰ ਹੈ ਤਾਂ ਇੱਕ ਠੀਕ ਦੱਸੇ ਜਾ ਰਹੇ ਨੇ। ਉਹਨਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਲਗਾਤਾਰ ਜਿੰਨੀ ਵੀ ਜਾਣਕਾਰੀ ਆ ਰਹੀ ਹੈ ਅਸੀਂ ਲਗਾਤਾਰ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਔਰ ਕੀ ਕੁਝ ਇਹ ਅੱਤਵਾਦੀ ਹਮਲੇ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ, ਕਿਉਂਕਿ ਹੁਣ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਫਦਾਇਨ ਹਮਲਾ ਹੋਇਆ। ਫਦਾਇਨ ਹਮਲੇ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ। ਇਲਾਕੇ ਦੇ ਵਿੱਚ ਸੁਭਾਵਿਕ ਤੌਰ ਤੇ ਸਹਿਮ ਦਾ ਮਾਹੌਲ ਹੋਏਗਾ, ਕਿਉਂਕਿ ਜੇਕਰ ਗੁਰਦੁਆਰਾ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਵੀ ਇਸੇ ਹੀ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਸੀ। 6 ਅਕਤੂਬਰ 2021 ਦਾ ਉਹ ਸਮਾਂ ਸੀਗਾ, ਦਿਨ ਸੀਗਾ ਜਦੋਂ ਇਹ ਹਮਲੇ ਦੀ ਖਬਰ ਆਈ ਸੀ, ਔਰ ਖਾਸ ਤੌਰ ਤੇ ਸੀਸੀਟੀਵੀ ਜਿਹੜੇ ਨੇ ਉਹ ਆ ਕੇ ਹਮਲਾਵਰਾਂ ਦੇ ਵੱਲੋਂ ਹੱਥਾਂ ਦੇ ਵਿੱਚ ਉਹਨਾਂ ਦੇ ਬੰਦੂਕਾਂ ਸਨ। ਤਾਲਿਬਾਨੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ, ਉਹਨਾਂ ਦੇ ਵੱਲੋਂ ਸੀਸੀਟੀਵੀ ਉਤਾਰ ਦਿੱਤੇ ਗਏ ਸਨ, ਕਿਉਂਕਿ ਉਸ ਵੇਲੇ ਮਾਹੌਲ ਕਾਫੀ ਜ਼ਿਆਦਾ ਖਰਾਬ ਚੱਲ ਰਿਹਾ ਸੀ। ਸੁਭਾਵਿਕ ਤੌਰ ਤੇ ਸਭ ਜਾਣਦੇ ਨੇ ਕਿ ਕਿਵੇਂ ਹਮਲਾ ਕਰਕੇ ਜਦ ਤਾਲਿਬਾਨੀਆਂ ਦੇ ਵੱਲੋਂ ਕਬਜ਼ਾ ਜਿਹੜਾ ਹੈ ਉਹ ਅਫਗਾਨਿਸਤਾਨ ਤੇ ਲਿਆ ਗਿਆ ਸੀ। ਪਰ ਹਾਂ, ਇਹ ਜ਼ਿਕਰ ਕਰਨ ਯੋਗ ਹੈ ਕਿ ਆਖਰਕਾਰ ਉਹਨਾਂ ਦੇ ਵੱਲੋਂ ਵਿਸ਼ਵਾਸ ਵਾਰ-ਵਾਰ ਦਿਵਾਇਆ ਜਾਂਦਾ ਸੀ ਕਿ ਅਸੀਂ ਕਿਸੇ ਵੀ ਸਿੱਖ ਭਾਈਚਾਰੇ ਨੂੰ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ। ਇਹ ਲਗਾਤਾਰ ਦਾਅਵਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ, ਪਰ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹ ਖਬਰ ਜਿਹੜੀ ਹੈ ਅੱਜ ਸਾਹਮਣੇ ਆਉਂਦੀ ਹੈ ਤਾਂ ਉਸ ਵੇਲੇ ਵੀ ਹਮਲਾ ਹੋਇਆ ਸੀ। ਉਹ ਅੱਜ ਦੀ ਗੱਲ ਕੀਤੀ ਜਾਵੇ ਤਾਂ ਇਹ ਵੱਡਾ ਹਮਲਾ ਇਸ ਨੂੰ ਮੰਨਿਆ ਜਾਵੇਗਾ। ਇਹ ਵੱਡਾ ਹਮਲਾ ਕਹਿ ਸਕਦੇ ਹਾਂ ਕਿਉਂਕਿ ਲਗਾਤਾਰ ਜਿਨ੍ਹਾਂ ਦੇ ਸੰਪਰਕ ਵਿੱਚ ਅਸੀਂ ਵੀ ਹਾਂ ਔਰ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਬੇਹੱਦ ਹੀ ਦਹਿਸ਼ਤ ਭਰਿਆ। ਹਾਲਾਂਕਿ ਤਸਵੀਰਾਂ ਜਿੰਨੀਆਂ ਵੀ ਹੁਣ ਤੱਕ ਸਾਹਮਣੇ ਆਈਆਂ ਨੇ, ਅਪਡੇਟਡ ਤਸਵੀਰਾਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੋਂ ਲਈਏ ਅਸੀਂ ਤਾਂ ਕਿ ਦਰਸ਼ਕਾਂ ਤੱਕ ਪਹੁੰਚਾਈਏ, ਪਰ ਹੁਣ ਤੱਕ ਜਿੰਨੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਉੱਥੋਂ ਵੇਖ ਕੇ ਅੰਦਾਜ਼ਾ ਲੱਗਦਾ ਕਿ ਕਿਵੇਂ ਇਹ ਅੱਗ ਦੇ ਭਾਂਬੜ ਮਚਦੇ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ, ਜੇਕਰ ਐਸਜੀਪੀਸੀ ਪ੍ਰਧਾਨ ਐਸਜੀਪੀਸੀ ਮੈਂਬਰ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਦਾ ਵੀ ਕਹਿਣਾ ਕਿ ਅਸੀਂ ਫੌਰੀ ਤੌਰ ਤੇ ਜਿੰਨੀ ਵੀ ਹੋ ਸਕਦਾ ਕੋਸ਼ਿਸ਼ ਸੁਭਾਵਿਕ ਤੌਰ ਤੇ ਕਰਾਂਗੇ, ਔਰ ਜਦੋਂ ਹੀ ਅਸੀਂ ਚਿੱਠੀ ਜਿਹੜੀ ਹੈ ਭੇਜਦੇ ਹਾਂ ਤਾਂ ਉਹ ਵੀ ਅਸੀਂ ਦਰਸ਼ਕਾਂ ਤੱਕ ਪਹੁੰਚਾਵਾਂਗੇ। ਯਾਨੀ ਕਿ ਐਸਜੀਪੀਸੀ ਵੀ ਜਿਹੜੀ ਆ ਅਪੀਲ ਕਰੇਗੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਤਾਂ ਕਿ ਫੌਰੀ ਤੌਰ ਤੇ ਜਿਹੜੀ ਅਫਗਾਨਿਸਤਾਨ ਦੇ ਵਿੱਚ ਕਾਬੁਲ ਦੇ ਵਿੱਚ ਗੱਲਬਾਤ ਹੋ ਸਕੇ, ਕੁਝ ਮਦਦ ਜਿਹੜੀ ਉਹਨਾਂ ਦੀ ਲੋਕਾਂ ਦੀ ਕੀਤੀ ਜਾ ਸਕੀ ਹੋਵੇ, ਕਿਉਂਕਿ ਜੇਕਰ ਗੁਰੂ ਘਰ ਦੇ ਵਿੱਚ ਲੋਕ ਮੌਜੂਦ ਨੇ ਅੰਦਰ ਤਾਂ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਉਹ ਹੈ, ਔਰ ਉਸ ਤੋਂ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੰਦਰ ਮੌਜੂਦ ਹੋਣਗੇ ਤਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਅਹਿਮ ਹੈ। ਕਿਉਂਕਿ ਯਾਦ ਹੋਏਗਾ ਸਭ ਨੂੰ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਪਾਵਨ ਸਰੂਪ ਨੇ ਅਫਗਾਨਿਸਤਾਨ ਤੋਂ ਬਕਾਇਦਾ ਬਾ ਇੱਜ਼ਤ ਜਿਹੜਾ ਉਹ ਲੈ ਕੇ ਆਂਦੇ ਗਏ ਸੀਗੇ, ਪੂਰੇ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਭਾਰਤ ਲਿਆਂਦਾ ਗਿਆ ਸੀ। ਦੀ ਗੱਲ ਹੈ ਕਿ ਅਫਗਾਨਿਸਤਾਨ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਵਿਖੇ ਜੋ ਪਤਾ ਲੱਗਿਆ ਕਿ ਅੱਜ ਸਵੇਰ ਤੋਂ ਹੀ ਕੁਝ ਮਾੜੇ ਅਨਸਰਾਂ ਵੱਲੋਂ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ, ਉੱਥੇ ਗੋਲੀ ਚੱਲ ਰਹੀ ਹੈ ਔਰ ਇਹ ਬਹੁਤ ਹੀ ਦੁਖਦਾਈ ਹੈ। ਪਹਿਲਾਂ ਵੀ ਐਸੀਆਂ ਘਟਨਾਵਾਂ ਅਫਗਾਨਿਸਤਾਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ। ਕਾਫੀ ਸਿੱਖ ਜਿਹੜੇ ਸੀ ਉੱਥੇ ਰਹਿੰਦੇ ਉਹ ਮਾਰੇ ਗਏ ਨੇ, ਗੁਰੂ ਘਰਾਂ ਵਿੱਚ ਕਈ ਵਾਰ ਹਮਲੇ ਹੋਏ ਨੇ। ਸੋ ਮੈਂ ਸਮਝਦਾ ਕਿ ਭਾਰਤ ਸਰਕਾਰ ਨੂੰ ਇਹਨੂੰ ਬੜਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਇਸ ਮਸਲੇ ਨੂੰ ਉਠਾ ਕੇ ਅਫਗਾਨਿਸਤਾਨ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਇਹ ਗੁਰੂ ਘਰਾਂ ਦੀ ਰਾਖੀ ਦੇ ਲਈ ਔਰ ਅਜਿਹੀਆਂ ਘਟਨਾਵਾਂ ਕਾਬੂ ਵਿੱਚ ਹੋਣ, ਤਾਂ ਕਿ ਉੱਥੋਂ ਦੀ ਸਰਕਾਰ ਜਿਹੜੀ ਹੈ ਇਹਦੇ ਲਈ ਸਾਡੀ ਜਿਹੜੀ ਗੁਰੂ ਘਰਾਂ ਦੀ ਸੁਰੱਖਿਆ, ਉੱਥੋਂ ਦੇ ਰਹਿਣ ਵਾਲੇ ਸਿੱਖਾਂ ਦੀ ਸੁਰੱਖਿਆ ਜਿਹੜੀ ਹੈ ਉਹਨਾਂ ਨੂੰ ਕਰਨੀ ਚਾਹੀਦੀ ਹੈ। ਸੋ ਮੈਂ ਭਾਰਤ ਸਰਕਾਰ ਨੂੰ ਇਹ ਅਪੀਲ ਕਰਦਾ।
अपील ਜਿਹੜੀ ਹੈ ਕੀਤੀ ਹੈ ਗੋਬਿੰਦ ਸਿੰਘ ਲੋਂਗੋਵਾਲ ਨੇ ਐਸਜੀਪੀਸੀ ਸਾਬਕਾ ਐਸਜੀਪੀਸੀ ਪ੍ਰਧਾਨ ਨੇ, ਜਿਨ੍ਹਾਂ ਦੇ ਵੱਲੋਂ ਕਹਿਣਾ ਕਿ ਆਖਿਰਕਾਰ ਸਾਨੂੰ ਫੌਰੀ ਤੌਰ ਤੇ ਇਸ ਤੇ ਕਾਰਵਾਈ ਜਿਹੜੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਤਾਂ ਕਿ ਇਸ ਤਰ੍ਹਾਂ ਦੇ ਹਮਲਿਆਂ ਨੂੰ ਰੋਕਿਆ ਜਾ ਸਕੇ। ਸੁਰੱਖਿਅਤਾ ਜਿਹੜੀ ਹੈ ਉਹ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਧਰਮ ਦਾ ਜਿਹੜਾ ਸ਼ਖਸ ਹੈ ਉਹ ਰਹਿ ਰਿਹਾ, ਭਾਵੇਂ ਕਿਸੇ ਵੀ ਧਰਮ ਨੂੰ ਮੰਨਦਾ ਹੈ, ਪਰ ਉਸ ਨੂੰ ਉਸ ਦੇ ਧਰਮ ਨੂੰ ਮੰਨਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਔਰ ਇਸ ਤਰ੍ਹਾਂ ਦਾ ਹਮਲਾ ਤਾਂ ਬਿਲਕੁਲ ਨਿੰਦਣਯੋਗ ਹੈ, ਇਸ ਤਰ੍ਹਾਂ ਦਾ ਹਮਲਾ ਤਾਂ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ। ਸੋ ਸਿੱਧੇ ਤੌਰ ਤੇ ਹਾਲ ਹੀ ਦੀ ਜੋ ਖਬਰ ਮੰਦਭਾਗੀ ਆਉਂਦੀ ਹੈ ਤਾਂ ਸਵੇਰੇ ਤੜਕਸਾਰ 6 ਵਜੇ ਦੇ ਕਰੀਬ ਇਹ ਅੱਤਵਾਦੀ ਹਮਲੇ ਦੀ ਖਬਰ ਹੈ। ਜਾਣਕਾਰੀ ਜੇਕਰ ਇੱਕ ਪੁਆਇੰਟ ਦੇ ਅੰਦਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਾਬੁਲ ਦੇ ਵਿੱਚ ਮੌਜੂਦ ਹੈ ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ ਦੇ ਵਿੱਚ ਅੱਤਵਾਦੀ ਹਮਲੇ ਦੀ ਖਬਰ ਹੈ। ਦਹਿਸ਼ਤਗਰਦ ਜਿਹੜੇ ਨੇ ਕੁਝ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਏ ਨੇ, ਉਹਨਾਂ ਦੇ ਕੋਲ ਹਥਿਆਰ ਵੀ ਨੇ, ਉਹਨਾਂ ਦੇ ਵੱਲੋਂ ਜਿਹੜਾ ਮਾਨਵ ਬੰਬ ਵੀ ਬਣਿਆ ਗਿਆ ਵੀ ਜਾਣਕਾਰੀ ਹੈ ਔਰ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਆ ਕੇ ਹਮਲਾ ਕੀਤਾ ਗਿਆ। ਤਾਂ ਹੁਣ ਤੱਕ ਇੱਕ ਜਣੇ ਦੀ ਮੌਤ ਹੋਈ ਹੈ ਔਰ ਕੁਝ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ।